ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ। ਗੋ ਫਸਟ ਨੇ ਹੁਣ ਨਵੀਂ ਤਾਰੀਖ ਤੱਕ ਕੀਤੀਆਂ ਉਡਾਣਾਂ ਰੱਦ, ਯਾਤਰੀਆਂ ਨੂੰ ਜਲਦ ਕਰੇਗੀ ਰਿਫੰਡ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ਤੇ ਦਿੱਤੀ ਵਧਾਈ। ਕੈਨੇਡਾ 'ਚ ਡਾਲਰ ਨਾਲ ਲਿਜਾਣ ਦੀ ਸ਼ਰਤ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ 17 ਮਈ ਨੂੰ ਰਵਾਨਾ ਹੋਵੇਗਾ ਪਹਿਲਾ ਜਥਾ, 20 ਮਈ ਨੂੰ ਖੁੱਲ੍ਹਣਗੇ ਕਪਾਟ। ਸਰੀ ਦੇ ਵਿੱਚ ਹੋਈ ਗੋਲੀਬਾਰੀ, ਕਬੱਡੀ ਪ੍ਰਮੋਟਰ ਨੀਟੂ ਕੰਗ ਗੰਭੀਰ ਜ਼ਖਮੀ। ਅਮਰੀਕੀ ਸੂਬੇ ਜਾਰਜੀਆ 'ਚ ਗੋਲੀਬਾਰੀ, 4 ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ 에ਅਰਲਾਈਨ ਗੋ ਫਸਟ ਨੇ 12 ਮਈ ਤੱਕ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਦੁਬਾਰਾ ਜਾਣਕਾਰੀ ਦਿੱਤੀ। ਵਾਡੀਆ ਸਮੂਦੀ ਹਵਾਬਾਜ਼ੀ ਕੰਪਨੀ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਸਾਹਮਣੇ ਸਵੈ ਇੱਛਤ ਦਿਵਾਲੀਆ ਹੱਲ ਪਟੀਸ਼ਨ ਦਾਇਰ ਕੀਤੀ ਸੀ। ਟ੍ਰਿਬਿਊਨਲ ਨੇ ਵੀਰਵਾਰ ਨੂੰ ਇਸ ਤੇ ਸੁਣਵਾਈ ਕਰਦੇ ਹੋਏ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। 에ਅਰਲਾਈਨ ਨੇ ਟਵਿੱਟਰ ਤੇ ਲਿਖਿਆ, ਸੰਚਾਲਨਾ ਕਾਰਨਾਂ ਕਰਕੇ 12 ਮਈ 2023 ਤੱਕ ਨਿਰਧਾਰਤ ਸਾਰੀਆਂ ਗੋ ਫਸਟ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, ਜਿਨ੍ਹਾਂ ਯਾਤਰੀਆਂ ਨੇ ਟਿਕਟਾਂ ਬੁੱਕ ਕੀਤੀਆਂ ਨੇ ਉਹਨਾਂ ਨੂੰ ਜਲਦੀ ਹੀ ਪੂਰੀ ਰਕਮ ਵਾਪਸ ਕਰ ਦਿੱਤੀ ਜਾਏਗੀ। 에ਅਰਲਾਈਨ ਨੇ 3 ਮਈ ਤੋਂ 3 ਦਿਨਾਂ ਦੇ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਬਾਅਦ ਵਿੱਚ ਇਹ ਸਮਾਂ 9 ਮਈ ਤੱਕ ਵਧਾ ਦਿੱਤਾ ਗਿਆ ਅਤੇ ਹੁਣ 12 ਮਈ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਵਾਬਾਜ਼ੀ ਰੈਗੂਲੇਟਰ DGCA ਨੇ ਵੀਰਵਾਰ ਨੂੰ ਕਿਹਾ ਕਿ 에ਅਰਲਾਈਨ ਨੇ 15 ਮਈ ਤੱਕ ਟਿਕਟਾਂ ਦੀ ਵਿਕਰੀ ਨੂੰ ਮੁਅੱਤਲ ਕਰ ਦਿੱਤਾ। DGCA 에ਅਰਲਾਈਨਸ ਕੰਪਨੀ ਨੂੰ ਨਿਯਮਾਂ ਦੇ ਮੁਤਾਬਕ ਯਾਤਰੀਆਂ ਦਾ ਪੈਸਾ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਹੈ। ਬਾਈਡਨ ਨੇ ਇਹ ਵੀ ਕਿਹਾ ਕਿ ਉਹ ਗਰੀਬੀ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ ਵਿਸ਼ਵ ਬੈਂਕ ਨੂੰ ਬਦਲਣ ਦੇ ਲਈ ਬੰਗਾ ਦੇ ਯਤਨਾਂ ਦਾ ਸਮਰਥਨ ਕਰਨ ਦੀ ਉਮੀਦ ਕਰ ਰਹੇ ਨੇ। ਇੱਕ ਟਵੀਟ ਦੇ ਵਿੱਚ ਬਾਈਡਨ ਨੇ ਕਿਹਾ ਕਿ ਮੇਰੇ ਨਾਮਜ਼ਦ ਵਿਅਕਤੀ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ਤੇ ਵਧਾਈ। ਮੈਂ ਅਜੇ ਦੇ ਨਾਲ ਉਹਨਾਂ ਦੀ ਨਵੀਂ ਭੂਮਿਕਾ 'ਚ ਕੰਮ ਕਰਨ ਅਤੇ ਗਰੀਬੀ ਨੂੰ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ ਵਿਸ਼ਵ ਬੈਂਕ ਨੂੰ ਬਦਲਣ ਦੇ ਉਹਨਾਂ ਦੇ ਯਤਨਾਂ ਦੇ ਸਮਰਥਨ ਕਰਨ ਦੇ ਲਈ ਉਤਸੁਕ ਹਾਂ। ਇਸ ਤੋਂ ਪਹਿਲਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਭਾਰਤ ਦੇ ਵਿੱਚ ਜਨਮੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ ਸੀ। ਬੰਗਾ ਦੇ ਪਿਛਲੇ ਕੰਮ ਦੇ ਲਈ ਸ਼ਲਾਘਾ ਕਰਦੇ ਹੋਏ ਹੈਰਿਸ ਨੇ ਟਵੀਟ ਕੀਤਾ ਕਿ ਅਜੇ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਚੁਣੇ ਜਾਣ ਤੇ ਵਧਾਈ। ਅਜੇ ਮੱਧ ਅਮਰੀਕਾ 'ਚ ਸਾਡੇ ਕੰਮ ਵਿੱਚ ਇੱਕ ਅਦੁੱਤੀ ਭਾਈਵਾਲੀ ਰਹੇ ਨੇ। ਬੁੱਧਵਾਰ ਨੂੰ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਚੁਣ ਲਿਆ ਗਿਆ ਸੀ। ਇੱਕ 25 ਮੈਂਬਰੀ ਕਾਰਜਕਾਰੀ ਬੋਰਡ ਨੇ ਸਾਬਕਾ ਮਾਸਟਰਕਾਰਡ CEO ਦੀ ਚੋਣ ਕੀਤੀ, ਜਿਸ ਨੂੰ ਫੈਬਰਵਰੀ ਦੇ ਅਖੀਰ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਦੁਆਰਾ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ। ਬੋਰਡ ਵੱਲੋਂ 5 ਸਾਲ ਦੇ ਕਾਰਜਕਾਲ ਦੇ ਲਈ ਉਹਨਾਂ ਦੀ ਅਗਵਾਈ ਨੂੰ ਮਨਜ਼ੂਰੀ ਦੇਣ ਦੇ ਲਈ ਵੋਟ ਦਿੱਤੇ ਜਾਣ ਤੋਂ ਤੁਰੰਤ ਬਾਅਦ ਪ੍ਰਕਾਸ਼ਿਤ ਇੱਕ ਬਿਆਨ 'ਚ ਬੈਂਕ ਨੇ ਕਿਹਾ ਕਿ ਬੋਰਡ ਬੰਗਾ ਨਾਲ ਵਿਸ਼ਵ ਬੈਂਕ ਸਮੂਹ ਵਿਕਾਸ ਪ੍ਰਕਿਰਿਆ ਤੇ ਕੰਮ ਕਰਨ ਦੇ ਲਈ ਉਤਸੁਕ ਹੈ। ਇੱਕ ਵਿੱਤ ਅਤੇ ਵਿਕਾਸ ਮਾਹਿਰ ਬੰਗਾ 2 ਜੂਨ ਨੂੰ ਇਹ ਅਹੁਦਾ ਸੰਭਾਲਣਗੇ। ਉਹ ਵਿਸ਼ਵ ਬੈਂਕ ਤੇ ਵਿਦਾ ਹੋਣ ਵਾਲੇ ਮੁਖੀ ਡੇਵਿਡ ਮਾਲਪਾਸ ਦੀ ਥਾਂ ਲੈਣ ਦੇ ਇਕਲੌਤੇ ਦਾਅਵੇਦਾਰ ਸਨ, ਜਿਨ੍ਹਾਂ ਦਾ ਕਾਰਜਕਾਲ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖਤਮ ਹੋ ਰਿਹਾ ਹੈ। ਪ੍ਰਕਿਰਿਆ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਬੰਗਾ ਨੇ ਹਾਲ ਹੀ ਦੇ ਹਫ਼ਤਿਆਂ 'ਚ ਕਈ ਮੀਟਿੰਗਾਂ ਅਤੇ ਸੋਮਵਾਰ ਨੂੰ ਇੱਕ ਰਸਮੀ ਇੰਟਰਵਿਊ ਤੋਂ ਬਾਅਦ ਬੋਰਡ ਦੀ ਮਨਜ਼ੂਰੀ ਹਾਸਲ ਕੀਤੀ। ਕੈਨੇਡਾ 'ਚ ਪੱਕੇ ਤੌਰ ਤੇ ਜਾਣ ਦੇ ਲਈ ਐਕਸਪ੍ਰੈਸ ਐਂਟਰੀ ਰਾਹੀਂ ਅਪਲਾਈ ਕਰਨ ਵਾਲੇ ਕਿੱਤਿਆਂ ਦੇ ਮਾਹਿਰਾਂ ਵਾਸਤੇ ਸ਼ੁਰੂਆਤੀ ਦੌਰ ਵਿੱਚ ਆਪਣੇ ਖਰਚੇ ਚਲਾਉਣ ਵਾਸਤੇ ਰਕਮ ਦਾ ਹੋਣਾ ਜ਼ਰੂਰੀ ਹੈ। ਬੀਤੇ ਦਿਨ ਜਾਰੀ ਕੀਤੀ ਗਈ ਨਵੀਂ ਜਾਣਕਾਰੀ ਦੇ ਅਨੁਸਾਰ ਆਪਣੀ ਯੋਗਤਾ ਦੇ ਆਧਾਰ ਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ ਵਾਲੇ ਹਰੇਕ ਵਿਦੇਸ਼ੀ ਦੇ ਕੋਲ $13,757 ਹੋਣਾ ਜ਼ਰੂਰੀ ਹੈ। ਇਹ ਘੱਟ ਤੋਂ ਘੱਟ ਰਕਮ ਦੀ ਸ਼ਰਤ ਹੈ, ਪਰ ਇਸ ਤੋਂ ਵੱਧ ਰਕਮ ਨਾਲ ਲਿਜਾਣ ਦੀ ਕੋਈ ਹੱਦ
ਤੈਅ ਨਹੀਂ ਕੀਤੀ ਗਈ, ਪਰ ਕੈਨੇਡਾ ਦੇ ਹਵਾਈ ਅੱਡੇ ਅੰਦਰ ਇਮੀਗ੍ਰੇਸ਼ਨ ਅਫਸਰਾਂ ਨੂੰ ਸਾਰੀ ਰਕਮ ਬਾਰੇ ਦੱਸਣਾ ਜ਼ਰੂਰੀ ਹੈ। 2 ਜੀਆਂ ਵਾਸਤੇ 17,127, 3 ਜੀਆਂ ਵਾਸਤੇ 21,055 ਅਤੇ 4 ਜੀਆਂ ਦੇ ਟੱਬਰ ਵਾਸਤੇ $25,564 ਨਾਲ ਲਿਜਾਣਾ ਜ਼ਰੂਰੀ ਹੈ। ਇਸ ਤੋਂ ਬਾਅਦ ਜੀ ਹੁਣ ਤਾਂ ਹਰੇਕ ਵਿਅਕਤੀ ਦੇ ਲਗਭਗ $3700 ਜੋੜ ਲਏ ਜਾਣੇ ਚਾਹੀਦੇ ਨੇ। ਇਹ ਵੀ ਕਿ ਜੇਕਰ ਪਰਿਵਾਰ ਦੇ ਜੀ ਅਜੇ ਕੈਨੇਡਾ ਨਾਲ ਨਾ ਜਾ ਰਹੇ ਹੋਣ ਤਦ ਵੀ ਵੀਜ਼ਾ ਅਪਲਾਈ ਕਰਨ ਸਮੇਂ ਅਤੇ ਕੈਨੇਡਾ 'ਚ ਦਾਖਲ ਹੋ ਜਾਣ ਤੱਕ ਘੱਟੋ ਘੱਟ ਰਕਮ ਦੀ ਸ਼ਰਤ ਪੂਰੀ ਕਰਨਾ ਲਾਜ਼ਮੀ ਹੈ। ਰਕਮ ਕੋਲ ਹੋਣ ਦਾ ਸਬੂਤ ਬੈਂਕ ਦੀ ਚਿੱਠੀ ਰਾਹੀਂ ਦਿੱਤਾ ਜਾ ਸਕਦਾ ਹੈ, ਪਰ ਪੈਸੇ ਉਧਾਰ ਲੈ ਕੇ ਇਹ ਸ਼ਰਤ ਪੂਰੀ ਕਰਨ ਦੀ ਖੁੱਲ੍ਹ ਨਹੀਂ ਹੈ। ਕੈਨੇਡਾ ਜਾਣ ਸਮੇਂ ਨਕਦੀ ਨਾਲ ਲਿਜਾਣਾ ਜ਼ਰੂਰੀ ਨਹੀਂ ਹੈ ਤੇ ਰਕਮ ਦਾ ਬੈਂਕ ਡਰਾਫਟ, ਮਨੀ ਆਰਡਰ, ਟਰੈਵਲਰ ਚੈੱਕ ਆਦਿ ਬਣਾਇਆ ਜਾ ਸਕਦਾ ਹੈ। ਵਰਕ ਪਰਮਿਟ, ਸੁਪਰ ਵੀਜ਼ਾ ਜਾਂ ਪਰਿਵਾਰ ਦੀ ਸਪਾਂਸਰਸ਼ਿਪ ਦੇ ਨਾਲ ਪੱਕੇ ਤੌਰ ਤੇ ਕੈਨੇਡਾ ਜਾ ਰਹੇ ਵਿਦੇਸ਼ੀਆਂ ਨੂੰ ਰਕਮ ਦੀ ਇਹ ਸ਼ਰਤ ਪੂਰੀ ਕਰਨਾ ਜ਼ਰੂਰੀ ਨਹੀਂ ਹੈ। उत्तराखंड स्थित गुरुद्वारा श्री हेमकुंड साहिब की यात्रा वास्ते सिख श्रद्धालुओं का पहला जत्था 17 मई नूं ऋषिकेश तो रवाना होएगा, जिस नूं उत्तराखंड के राज्यपाल लैफ्टीनेंट जनरल सेवा मुक्त गुरमीत सिंह रवाना करेंगे। दस दईए कि गुरुद्वारा श्री हेमकुंड साहिब के किवाड़ 20 मई नूं संगत के लिए खोल दिते जाणगे। इस संबंधी गुरुद्वारा श्री हेमकुंड साहिब मैनेजमेंट ट्रस्ट के चेयरमैन नरिंदरजीत सिंह बिंद्रा ने जानकारी दी है। उन्होंने वीरवार नूं देहरादून दे विच राजपाल दे नाल मुलाकात की है ते यात्रा विच शामिल होने के लिए रस्मी सदा दिता है। इस दौरान राजपाल ने कहा कि श्रद्धालुओं नूं यात्रा के दौरान कोई मुश्किल नहीं आनी चाहिए। इस तो अगे बिंद्रा ने दस्सिया कि इस मुलाकात के दौरान राजपाल ने श्री हेमकुंड साहिब यात्रा दीआं ਤਿਆਰੀਆਂ संबंधी जानकारी भी हासिल की है। उन्होंने दस्सिया कि गुरुद्वारा श्री हेमकुंड साहिब की सालाना यात्रा वास्ते हर साल श्रद्धालुओं की गिणती बढ़ रही है तो इस वास्ते रिहाइश लई कमरियां का प्रबंध किया गया है। इस तो इलावा लंगर ते डॉक्टरी सहायता के प्रबंधों के लिए भी ट्रस्ट वालों तैयारियां जोरां ते ने। कैनेडा कबड्डी फैडरेशन के प्रधान कमलजीत सिंह कंग उर्फ नीतू कंग नूं शुक्रवार नूं सरी के बीयर क्रीक इलाके अणपछाते हमलावारां ने उन्हां दे घर दे बाहर गोली मार दी। पुलिस के पहुंचण तो पहले ही हमलावार मौके तो भज्जण विच कामयाब हो गए। एक वायरल वीडियो आई है जिस विच देखा गया है कि किवें अणपछाते हमलावारां ने किवें कमलजीत सिंह कंग उत्ते हमला किया है। कथित तौर पर उसके 7 राउंड फायर किए गए और जिन्हां चों 4 उन्होंने लग गए, जिस करके नीतू कंग नूं हॉस्पिटल दे विच भर्ती करवाया गया जिथे वह जेरे इलाज अधीन ने। दस्सिया जा रहा कि वह गंभीर जख्मी ने। यह हमला उस समय होया जदों वह सवेरे करीब 8:30 बजे कैनेडा के समय के मुताबक अपने घरों बाहर जाने के लिए निकले सन। अणपछाते हमलावारां ने कंग ते कई गोलियां चलाईयां, जिस मगरों पैरामैडिक्स के वल्लों हॉस्पिटल लिजाया गया। जिक्रयोग है कि नीतू कंग नैशनल कबड्डी एसोसीएशन ऑफ BC कैनेडा के नाल संबंधित ने ते पिछले लंबे समय तो कबड्डी की प्रमोशनस दे नाल जुड़े हुए ने। वीडियो विच नज़र आ रहा कि किवें हमलावार रेकी कर रहे सी। जदों ही उन्होंने नीतू कंग नूं घर तो बाहर देखा तो उन्हां उत्ते जानलेवा हमला कर दिता। अमरीकी सूबे जॉर्जिया च वीरवार नूं कई हिंसक घटनावां दे विच 4 लोगों की मौत हो गई। स्थानक मीडिया ने अधिकारियों के हवाले तो दस्सिया कि मोल्ट्री शहर विच एक व्यक्ति ने खुद नूं गोली मारन तो पहलां 3 बालगां की हत्या कर दी। कॉलक्विट काउंटी करोनर वैरल ब्रॉक के हवाले तो प्रकाशित रिपोर्ट दे विच कहा गया है कि दोषी के नां का खुलासा नहीं किया गया। उसने अपनी मां ते दादी की हत्या की है। अमरीकी राष्ट्रपति जो बाइडन के चोटी के सलाहकारां चों एक सऊदी अरब के क्राउन प्रिंस मोहम्मद बिन सलमान नूं मिलण दे लई इस हफ्ते के अंत में सऊदी अरब जाएंगे और व्हाइट हाउस के राष्ट्रीय सुरक्षा सलाहकार जेक सुलीबान ने वीरवार नूं कहा कि सऊदी अरब के अधिकारियों नाल गलबात दे लई शनिवार नूं सऊदी अरब की यात्रा करनगे अते अपनी यात्रा के दौरान संयुक्त अरब अमीरात अते भारत के अपने हमरुतबा दे नाल भी मुलाकात करनगे। सुलीबान ने कहा कि वह भारत अते खाड़ी देशों के नाल अमेरिका ते बाकी दुनिया विचकार सहयोग के नवे खेतरां ते चर्चा करनगे। भारत अते संयुक्त अरब अमीरात ने पिछले साल दोवां देशों विचकार संबंधां नूं बेहतर बनाउण दे उद्देश दे नाल एक व्यापक आर्थिक भाईवाली ते हस्ताक्षर कीते सन। सुलीबान की यात्रा योजनावां तो जाणू एक स्रोत के अनुसार यात्रा के दौरान सुलीबान नूं क्राउन प्रिंस दे नाल मिलण दी उम्मीद है।
ਛਿੱਕ ਆਉਣਾ ਤੰਦਰੁਸਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਪਰ ਜੇਕਰ ਤੁਸੀਂ ਛਿੱਕ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਕਰਨਾ ਘਾਤਕ ਹੋ ਸਕਦਾ ਹੈ। ਤੁਸੀਂ ਬੋਲੇ ਹੋ ਸਕਦੇ ਹੋ ਤੇ ਦਿਮਾਗ ਦੀਆਂ ਨਸਾਂ ਵੀ ਫਟ ਸਕਦੀਆਂ ਨੇ। ਅਜਿਹਾ ਹੀ ਇੱਕ ਅਮਰੀਕੀ ਵਿਅਕਤੀ ਦੇ ਨਾਲ ਹੋਇਆ। ਉਹਨਾਂ ਨੂੰ ਬਾਰ-ਬਾਰ ਛਿੱਕ ਆ ਰਹੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸਨੇ ਛਿੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਵਿਅਕਤੀ ਨੂੰ ਅਚਾਨਕ ਇੰਨੀ ਜ਼ੋਰਦਾਰ ਛਿੱਕ ਆਈ ਕਿ ਉਸਦੇ ਦਿਮਾਗ ਦੀਆਂ ਨਾੜਾਂ ਫਟ ਗਈਆਂ। ਦਿਮਾਗ ਵਿੱਚ ਖੂਨ ਵਹਿਣਾ ਸ਼ੁਰੂ ਹੋ ਗਿਆ। ਉਸਨੂੰ ਬਚਾਉਣਾ ਅਸੰਭਵ ਜਾਪਦਾ ਸੀ। ਡਾਕਟਰਸ ਨੂੰ ਵਿਅਕਤੀ ਦੀਆਂ 3 ਸਰਜਰੀਆਂ ਕਰਨੀਆਂ ਪਈਆਂ। ਉਦੋਂ ਹੀ ਉਹਨਾਂ ਦੀ ਜਾਨ ਬਚ ਗਈ। ਅਲਬਾਮਾ ਸ਼ਹਿਰ ਦੇ ਰਹਿਣ ਵਾਲੇ 26 ਸਾਲਾ ਸੈਮ ਮੈਸੀਨਾ ਨੇ ਦੱਸਿਆ ਕਿ ਉਹ ਬੈੱਡ ਤੇ ਲੇਟੇ ਹੋਏ ਸੀ। ਉਸ ਨੂੰ ਬਾਰ-ਬਾਰ ਛਿੱਕ ਆ ਰਹੀ ਸੀ। ਕਈ ਵਾਰ ਉਸਨੇ ਛਿੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਚਾਨਕ ਉਸ ਨੂੰ ਬਹੁਤ ਤੇਜ਼ ਛਿੱਕ ਆਈ ਅਤੇ ਉਸਨੇ ਦਿਮਾਗ ਦੀਆਂ ਨਾੜੀਆਂ 'ਚ ਧਮਾਕਾ ਹੋ ਗਿਆ ਤੇ ਧਮਨੀਆਂ ਫਟ ਗਈਆਂ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਿਰ ਅਤੇ ਨੱਕ ਵਿੱਚੋਂ ਖੂਨ ਵਹਿਣ ਲੱਗਾ। ਸੈਮ ਨੂੰ ਦੌਰਾ ਵੀ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਸੈਮ ਦੇ ਮੁਤਾਬਕ ਉਸ ਨੂੰ ਬਚਣਾ ਅਸੰਭਵ ਜਾਪਦਾ ਸੀ, ਪਰ ਰੱਬ ਦਾ ਸ਼ੁਕਰ ਹੈ ਕਿ ਉਸ ਦੀ ਜਾਨ ਬਚ ਗਈ। ਸੈਮ ਨੇ ਦੱਸਿਆ ਕਿ ਬੇਹੋਸ਼ ਹੋਣ ਤੋਂ ਪਹਿਲਾਂ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ, ਆਪਣੀ ਗਰਲਫ੍ਰੈਂਡ ਨੂੰ ਦੱਸਿਆ ਜੋ ਉਸ ਨੂੰ ਹਸਪੀਟਲ ਲੈ ਕੇ ਗਈ। ਜਦੋਂ ਡਾਕਟਰਾਂ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਉਸਦੇ ਦਿਮਾਗ ਦੇ ਵਿੱਚੋਂ ਖੂਨ ਚੱਲ ਰਿਹਾ ਸੀ। ਵਿਕੀਲੀਕਸ ਦੇ ਸੰਸਥਾਪਕ ਅਤੇ ਆਸਟ੍ਰੇਲੀਆਈ ਨਾਗਰਿਕ ਜੂਲੀਅਨ ਅਸਾਂਜੇ ਨੂੰ ਵਾਸ਼ਿੰਗਟਨ ਹਵਾਲੇ ਕਰਨ ਦੀਆਂ ਲਗਾਤਾਰ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਨਿਰਾਸ਼ਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ, ਅਸਾਂਜੇ ਨੂੰ ਕੈਦ ਵਿੱਚ ਰੱਖਣ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣ ਵਾਲਾ। ਅਲਬਾਨੀਜ਼ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਟਿੱਪਣੀ ਕੀਤੀ। ਉਹਨਾਂ ਦੀ ਇਸ ਟਿੱਪਣੀ ਨੂੰ 51 ਸਾਲ ਅਸਾਂਜੇ ਤੇ ਲੱਗੇ ਦੋਸ਼ਾਂ ਨੂੰ ਵਾਪਸ ਲੈਣ ਦੇ ਲਈ ਅਮਰੀਕਾ ਦੇ ਦਬਾਅ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ। ਅਮਰੀਕਾ ਦੀ ਹਵਾਲਗੀ ਖਿਲਾਫ ਕਾਨੂੰਨੀ ਲੜਾਈ ਲੜ ਰਹੇ ਅਸਾਂਜੇ ਪਿਛਲੇ 4 ਸਾਲਾਂ ਤੋਂ ਬ੍ਰਿਟੇਨ ਦੀ ਬੇਲਮੌਰਸ਼ ਜੇਲ੍ਹ ਵਿੱਚ ਬੰਦ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ ਵਿੱਚ 7 ਸਾਲ ਤੱਕ ਸ਼ਰਨ ਲਈ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਬਸ ਇਹੀ ਕਹਾਂਗਾ ਕਿ ਬਹੁਤ ਹੋ ਗਿਆ, ਉਸ ਨੂੰ ਬੰਦੀ ਬਣਾ ਕੇ ਕੁਝ ਹਾਸਲ ਨਹੀਂ ਹੋਣ ਵਾਲਾ। ਅਲਬਾਨੀਜ਼ ਨੇ ਕਿਹਾ, ਮੈਂ ਜਾਣਦਾ ਹਾਂ ਕਿ ਬਹੁਤ ਨਿਰਾਸ਼ਾਜਨਕ ਹੈ। ਮੈਂ ਨਿਰਾਸ਼ਾ ਨੂੰ ਮਹਿਸੂਸ ਕਰ ਸਕਦਾ ਹਾਂ। ਮੈਂ ਆਪਣੀ ਸਥਿਤੀ ਦੀ ਵਿਆਖਿਆ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ। ਅਮਰੀਕੀ ਪ੍ਰਸ਼ਾਸਨ ਬੇਸ਼ੱਕ ਆਸਟ੍ਰੇਲੀਆਈ ਸਰਕਾਰ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ। ਅਮਰੀਕਾ 'ਚ ਅਸਾਂਜੇ ਨੂੰ ਜਸੂਸੀ ਦੇ 17 ਦੋਸ਼ਾਂ ਅਤੇ ਕੰਪਿਊਟਰ ਦੀ ਦੁਰਵਰਤੋਂ ਦੇ ਇੱਕ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ। ਉਸ ਦੇ ਇਹ ਦੋਸ਼ 2010 ਵਿੱਚ ਵਿਕੀਲੀਕਸ ਦੁਆਰਾ ਵਰਗੀਕ੍ਰਿਤ ਅਮਰੀਕੀ ਫੌਜੀ ਦਸਤਾਵੇਜ਼ਾਂ ਦੇ ਵੱਡੇ ਪ੍ਰਕਾਸ਼ਨ ਦੇ ਤਹਿਤ ਲਗਾਏ ਗਏ ਨੇ। ਅਲਬਾਨੀਜ਼ ਨੇ ਕਿਹਾ, ਮੈਂ ਅਸਾਂਜੇ ਦੀ ਮਾਨਸਿਕ ਸਥਿਤੀ ਬਾਰੇ ਚਿੰਤਿਤ ਹਾਂ। ਯੂਕੇ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਅਸਾਂਜੇ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਦੀ ਬੇਨਤੀ ਨੂੰ ਇਸ ਆਧਾਰ ਤੇ ਠੁਕਰਾ ਦਿੱਤਾ ਹੈ ਕਿ ਜੇ ਉਹ ਅਮਰੀਕੀ ਜੇਲ੍ਹ ਦੇ ਸਖਤ ਹਾਲਾਤ ਵਿੱਚ ਰੱਖਿਆ ਗਿਆ ਤਾਂ ਉਹ ਖੁਦਕੁਸ਼ੀ ਕਰ ਸਕਦਾ ਹੈ। ਹਾਲਾਂਕਿ ਬਾਅਦ ਵਿੱਚ ਇਸ ਫੈਸਲੇ ਨੂੰ ਪਲਟ ਦਿੱਤਾ ਗਿਆ, ਪਰ ਇਸ ਦੇ ਮੱਦੇਨਜ਼ਰ ਮੈਂ ਅਸਾਂਜੇ ਨੂੰ ਲੈ ਕੇ ਚਿੰਤਿਤ ਹਾਂ। ਐਪਲ ਦੇ ਸੀਈਓ ਟਿਮ ਕੁਕ ਨੇ ਕਿਹਾ ਕਿ ਭਾਰਤ ਅਦਭੁਤ ਤਰੀਕੇ ਦੇ ਨਾਲ ਰੋਮਾਂਚਕ ਬਾਜ਼ਾਰ ਹੈ ਤੇ ਕੰਪਨੀ ਇਸ ਤੇ ਧਿਆਨ ਦੇ ਰਹੀ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਦੇ ਮੁਖੀ ਨੇ ਇਹ ਵੀ ਦੱਸਿਆ ਕਿ ਭਾਰਤ ਵਿੱਚ ਉਸਦੇ ਕਾਰੋਬਾਰ ਨੇ ਇੱਕ ਨਵਾਂ ਤਿਮਾਹੀ ਰਿਕਾਰਡ ਬਣਾਇਆ ਹੈ ਤੇ ਸਾਲਾਨਾ ਆਧਾਰ ਤੇ ਬੇहद ਮਜ਼ਬੂਤ 2 ਅੰਕਾਂ ਦਾ ਵਾਧਾ ਹੋਇਆ ਹੈ। ਕੰਪਨੀ ਦੇ ਪਿਛਲੇ ਮਹੀਨੇ ਬੰਬਈ ਤੇ ਦਿੱਲੀ 'ਚ ਪ੍ਰਾਚੂਨ ਸਟੋਰ ਖੋਲ੍ਹੇ ਗਏ। ਇਨ੍ਹਾਂ ਸਟੋਰਾਂ ਦਾ ਉਦਘਾਟਨ ਕਰਨ ਦੇ ਲਈ ਖੁਦ ਕੁਕ ਭਾਰਤ ਆਏ ਸਨ। ਕੁਕ ਨੇ ਤਿਮਾਹੀ ਨਤੀਜਿਆਂ ਦੇ ਐਲਾਨ ਦੇ ਦੌਰਾਨ ਕਿਹਾ ਕਿ ਦੋਵੇਂ ਸਟੋਰ ਇੱਕ ਸ਼ਾਨਦਾਰ ਸ਼ੁਰੂਆਤ ਦੇ ਲਈ ਤਿਆਰ ਨੇ। ਉਹਨਾਂ ਨੇ ਭਾਰਤੀ ਬਾਜ਼ਾਰ ਵਿੱਚ ਗਤੀਸ਼ੀਲਤਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਦੀ ਜੀਵਤਤਾ ਅਦਭੁਤ ਹੈ। ਉਹਨਾਂ ਨੇ ਕਿਹਾ, ਇਸ ਤੇ ਸਾਡੇ ਕਾਫੀ ਧਿਆਨ ਹੈ। ਮੈਂ ਕੁਝ ਦਿਨ ਪਹਿਲਾਂ ਉੱਥੇ ਸੀ। ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੱਧ ਗਾਹਕਾਂ ਦੀ ਸੇਵਾ ਲਈ ਉੱਥੇ ਆਪਣੇ ਸੰਚਾਲਕ ਦਾ ਵਿਸਥਾਰ ਕਰਾਂਗੇ। ਬੁੱਧਵਾਰ ਨੂੰ ਹਾਊਸ ਕਮੇਟੀ ਸਾਹਮਣੇ ਆਪਣਾ ਪੱਖ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਰਾ ਅਲੈਗਜ਼ੈਂਡਰ ਸਾਚਾ ਟਰੂਡੋ ਨੇ ਆਖਿਆ ਕਿ ਟਰੂਡੋ ਫਾਊਂਡੇਸ਼ਨ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ, ਕਿਸੇ ਵੀ ਤਰ੍ਹਾਂ ਦੀ ਦਖਲ ਜਾਂ ਦਖਲ ਦੇ ਇਰਾਦੇ ਲਈ ਨਹੀਂ ਕੀਤੀ ਗਈ। ਪੀਅਰ ਐਲੀਅਟ ਟਰੂਡੋ ਫਾਊਂਡੇਸ਼ਨ ਵੱਲੋਂ ਚਾਈਨਾ ਦੇ ਨਾਲ ਸੰਬੰਧਤ ਡੋਨੇਸ਼ਨ ਸਵੀਕਾਰਨ ਦੇ ਮੁੱਦੇ ਉੱਤੇ ਅਲੈਗਜ਼ੈਂਡਰ ਟਰੂਡੋ ਨੇ ਆਖਿਆ ਕਿ ਫਾਊਂਡੇਸ਼ਨ ਦੇ ਪਿਛਲੇ ਪ੍ਰੈਜ਼ੀਡੈਂਟ ਦੇ ਵੱਲੋਂ ਕੀਤੀਆਂ ਗਈਆਂ ਬੱਜਰ ਗਲਤੀਆਂ ਦੇ ਨਤੀਜੇ ਵਜੋਂ ਹੀ ਇਸ ਚੈਰੀਟੇਬਲ ਆਰਗੇਨਾਈਜੇਸ਼ਨ ਹੋਰ ਕੰਮ ਕਰਦਾ ਬਰੀਕੀ ਨਾਲ ਮੁਲਾਂਕਣ ਸ਼ੁਰੂ ਕੀਤਾ ਗਿਆ। ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮੁੱਦੇ ਉੱਤੇ ਅਲੈਗਜ਼ੈਂਡਰ ਨੇ ਆਖਿਆ ਕਿ ਫਾਊਂਡੇਸ਼ਨ ਰਾਹੀਂ ਕਿਸੇ ਵੀ ਸ਼ਖਸ ਜਾਂ ਕਿਸੇ ਵੀ ਮੁਲਕ ਵੱਲੋਂ ਕੈਨੇਡੀਅਨ ਸਰਕਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼
नहीं की गई। ਪੀਅਰ ਟਰੂਡੋ ਫਾਊਂਡੇਸ਼ਨ ਦੇ ਬਾਨੀ ਮੈਂਬਰ ਵਜੋਂ ਅਲੈਗਜ਼ੈਂਡਰ ਟਰੂਡੋ ਪਿਛਲੇ 2 ਦਹਾਕਿਆਂ ਤੋਂ ਆਰਗੇਨਾਈਜੇਸ਼ਨਸ ਦੇ ਕੰਮਾਂ ਕਾਰਾਂ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈ ਰਹੇ ਨੇ। 2020 ਤੱਕ ਆਰਗੇਨਾਈਜੇਸ਼ਨਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਰਹੇ ਅਲੈਗਜ਼ੈਂਡਰ ਉਸ ਸਮੇਂ ਵੀ ਫਾਊਂਡੇਸ਼ਨ ਦੇ ਬੋਰਡ ਵਿੱਚ ਸ਼ਾਮਲ ਸਨ ਜਦੋਂ 2016 ਚ ਚਾਈਨਾ ਦੇ ਨਾਲ ਸੰਬੰਧਿਤ ਡੋਨੇਸ਼ਨ ਇਸ ਸੰਸਥਾ ਵੱਲੋਂ ਹਾਸਲ ਕੀਤੀ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਫਾਊਂਡੇਸ਼ਨ ਨੇ ਕਈ ਸਾਲ ਪਹਿਲਾਂ $2 ਲੱਖ ਦੀ ਡੋਨੇਸ਼ਨ ਹਾਸਲ ਕੀਤੀ, ਪਰ ਬਾਅਦ ਵਿੱਚ ਚਾਈਨਾ ਨਾਲ ਸੰਭਾਵੀ ਸੰਬੰਧ ਹੋਣ ਕਾਰਨ ਇਸ ਡੋਨੇਸ਼ਨ ਨੂੰ 2 ਕਿਸ਼ਤਾਂ ਵਿੱਚ ਮੋੜ ਵੀ ਦਿੱਤਾ ਗਿਆ। ਮੋੜੀ ਗਈ ਰਕਮ $1,40,000 ਸੀ, ਜਿਸ ਨੂੰ $70,000 ਦੇ 2 ਚੈੱਕਾਂ ਰਾਹੀਂ ਮੋੜਿਆ ਗਿਆ। ਪਰ ਇਹ ਖਬਰਾਂ ਵੀ ਮਿਲੀਆਂ ਕਿ ਇਹ ਫੰਡ ਮੋੜਨ ਦੇ ਮੁੱਦੇ ਉੱਤੇ ਫਾਊਂਡੇਸ਼ਨ ਦੇ ਅੰਦਰ ਹੀ ਤਰੇੜਾਂ ਪੈ ਗਈਆਂ। ਫਿਰ ਅਪ੍ਰੈਲ ਦੇ ਮੱਧ ਵਿੱਚ ਫਾਊਂਡੇਸ਼ਨ ਦੇ ਸਮੁੱਚੇ ਬੋਰਡ ਆਫ ਡਾਇਰੈਕਟਰਸ ਤੇ ਪ੍ਰੈਜ਼ੀਡੈਂਟ ਤੇ CEO ਨੇ ਅਸਤੀਫਾ ਦੇ ਦਿੱਤਾ। ਇਸ ਦਾ ਕਾਰਨ ਫਾਊਂਡੇਸ਼ਨ ਦਾ ਸਿਆਸੀਕਰਨ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਲੰਬਾ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਇਸ ਫਾਊਂਡੇਸ਼ਨ ਦੇ ਕੰਮਕਾਜ ਦੇ ਨਾਲ ਆਪਣਾ ਕੋਈ ਸੰਬੰਧ ਹੋਣ ਦੇ ਮੁੱਦੇ ਤੋਂ ਪੱਲਾ ਝਾੜ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਫਾਊਂਡੇਸ਼ਨ ਜੋ ਕਿ ਉਹਨਾਂ ਦੇ ਪਿਤਾ ਦੇ ਨਾਂ ਉੱਤੇ ਬਣਾਈ ਗਈ ਦਾ ਕੰਮਕਾਜ ਉਹਨਾਂ ਦਾ ਭਰਾ ਅਲੈਗਜ਼ੈਂਡਰ ਟਰੂਡੋ ਹੀ ਦੇਖਦਾ ਹੈ। ਗ੍ਰੋਸਰੀ ਰਿਬੇਟ ਸੰਬੰਧੀ ਤਥਾ ਕਥਿਤ ਛੋਟ ਵਾਲੀਆਂ ਅਦਾਇਗੀਆਂ ਦੀ ਉਡੀਕ ਕਰ ਰਹੇ ਕੈਨੇਡੀਅਨਸ ਦੇ ਲਈ ਚੰਗੀ ਖਬਰ ਇਹ ਹੈ ਕਿ ਸੈਨੇਟ ਦੇ ਵਿੱਚ ਇਸ ਬਿੱਲ ਨੂੰ 12 ਮਈ ਤੱਕ ਪਾਸ ਕਰਨ ਤੇ ਲਾਗੂ ਕਰਨ ਦਾ ਪਲਾਨ ਪੇਸ਼ ਕੀਤਾ ਗਿਆ। ਪਰ ਬਿੱਲ ਪਾਸ ਹੋਣ ਤੋਂ ਬਾਅਦ ਵੀ ਕੈਨੇਡੀਅਨਸ ਦੇ ਬੈਂਕ ਖਾਤਿਆਂ 'ਚ ਅਦਾਇਗੀਆਂ ਆਉਣੀਆਂ ਸ਼ੁਰੂ ਹੋਣ ਤੋਂ ਪਹਿਲਾਂ ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਬਿੱਲ C-46 ਜਿਸ ਨੂੰ ਕਾਸਟ ਆਫ ਲਿਵਿੰਗ ਰਿਲੀਫ ਐਕਟ 3 ਦਾ ਨਾਮ ਵੀ ਦਿੱਤਾ ਗਿਆ ਦੀ ਦੂਜੀ ਰੀਡਿੰਗ ਬੁੱਧਵਾਰ ਨੂੰ ਸੈਨੇਟ ਵਿੱਚ ਪੂਰੀ ਕਰ ਲਈ ਗਈ। ਹੁਣ ਇਸ ਬਿੱਲ ਦਾ ਅਧਿਐਨ ਫਾਈਨਾਂਸ ਕਮੇਟੀ ਵੱਲੋਂ ਕੀਤਾ ਜਾਏਗਾ। ਇਸ ਬਿੱਲ ਨੂੰ ਮਾਰਚ ਦੇ ਅੰਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਐਮਪੀਜ਼ ਦੇ ਵੱਲੋਂ ਸਰਬ ਸੰਮਤੀ ਦੇ ਨਾਲ ਇਸ ਨੂੰ ਹਾਊਸ ਆਫ ਕਾਮਨਸ ਦੇ ਹਰੇਕ ਪੜਾਅ ਵਿੱਚੋਂ ਗੁਜ਼ਾਰਿਆ ਗਿਆ। ਘੱਟ ਤੇ ਦਰਮਿਆਨੀ ਆਮਦਨ ਵਾਲੇ ਯੋਗ ਕੈਨੇਡੀਅਨਸ ਦੇ ਲਈ ਪ੍ਰਸਤਾਵਿਤ ਇਸ ਬਿੱਲ ਗ੍ਰੋਸਰੀ ਰਿਬੇਟ ਉੱਤੇ ਫੈਡਰਲ ਸਰਕਾਰ ਵੱਲੋਂ ਇੱਕ ਵਾਰੀ $2.5 ਬਿਲੀਅਨ ਖਰਚੇ ਜਾਣਗੇ। ਇਸ ਤੋਂ ਇਲਾਵਾ ਇਸ ਬਿੱਲ C-46 ਤਹਿਤ ਫੈਡਰਲ ਸਰਕਾਰ ਪ੍ਰੋਵਿੰਸਾਂ ਤੇ ਟੈਰੀਟਰੀਜ਼ ਨੂੰ ਅਰਜੈਂਟ ਤੇ ਜ਼ਰੂਰੀ ਹੈਲਥ ਕੇਅਰ ਲਈ $2 ਬਿਲੀਅਨ ਮੁਹੱਈਆ ਕਰਵਾਏਗੀ। ਸੈਨੇਟ ਵਿੱਚ ਸਰਕਾਰ ਦੇ ਨੁਮਾਇੰਦੇ ਸੈਨੇਟਰ ਮਾਰਕ ਗੋਲਡ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਬਿੱਲ ਨੂੰ ਜਲਦ ਹੀ ਸ਼ਾਹੀ ਮਨਜ਼ੂਰੀ ਮਿਲ ਜਾਏਗੀ ਤੇ 12 ਮਈ ਤੱਕ ਇਹ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰ ਲਏਗਾ। ਓਟਾਵਾ ਵਿੱਚ ਲਿਬਰਲ ਪਾਰਟੀ ਦੀ ਪਾਲਿਸੀ ਕਨਵੈਨਸ਼ਨ ਮੌਕੇ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ 2015 ਦੇ ਵਿੱਚ ਕੈਨੇਡੀਅਨਸ ਨੇ ਡਰ ਦੇ ਗੁੱਸੇ ਉੱਤੇ ਆਸ ਦੀ ਚੋਣ ਕੀਤੀ ਤੇ ਅਗਲੀ ਵਾਰ ਜਦੋਂ ਕੈਨੇਡੀਅਨਸ ਚੋਣਾਂ ਦਾ ਹਿੱਸਾ ਬਣਨਗੇ ਤਾਂ ਉਹ ਇੱਕ ਵਾਰੀ ਫਿਰ ਸਹੀ ਦਿਸ਼ਾ ਵੱਲ ਜਾਣਗੇ। ਅਗਲੀਆਂ ਚੋਣਾਂ ਅਜੇ 2 ਸਾਲ ਬਾਅਦ ਹੋਣੀਆਂ ਨੇ, ਪਰ ਟਰੂਡੋ ਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਤੇਜ਼ੀ ਨਾਲ ਉਹਨਾਂ ਵੱਲ ਵੱਧ ਰਹੇ ਹਾਂ। ਉਹ ਇਸ ਗੱਲ ਨੂੰ ਲੈ ਕੇ ਵੀ ਆਸਵੰਦ ਨੇ ਕਿ ਉਹ ਇੱਕ ਵਾਰੀ ਮੁੜ ਚੋਣਾਂ ਵਿੱਚ ਖੜੇ ਹੋਣਗੇ। ਇਸ ਦੌਰਾਨ ਟਰੂਡੋ ਨੇ ਸਪਸ਼ਟ ਸੰਕੇਤ ਦਿੱਤੇ ਕਿ ਅਗਲੀਆਂ ਚੋਣਾਂ ਵਿੱਚ ਵੀ ਪਾਰਟੀ ਦੀ ਅਗਵਾਈ ਉਹ ਖੁਦ ਹੀ ਕਰਨਗੇ। ਟਰੂਡੋ ਨੇ ਦੱਸਿਆ ਕਿ ਉਹ ਇਹ ਵੀ ਜਾਣਦੇ ਨੇ ਕਿ ਉਹਨਾਂ ਲਈ ਸਭ ਤੋਂ ਵੱਡਾ ਖਤਰਾ ਕੌਣ ਹੋਏਗਾ। ਟਰੂਡੋ ਨੇ ਆਖਿਆ ਕਿ ਪੀਅਰ ਦਾ ਲੋਕਾਂ ਨੂੰ ਲੁਭਾਉਣਾ ਉਸ ਦੇ ਨਾਅਰਿਆਂ ਦੇ ਮੂਲ ਮੰਤਰ ਗੰਭੀਰ ਚੁਣੌਤੀਆਂ ਦਾ ਕੋਈ ਸੰਜੀਦਾ ਹੱਲ ਨਹੀਂ ਹਨ। ਦੂਜੇ ਪਾਸੇ ਕੰਜ਼ਰਵੇਟਿਵਾਂ ਵੱਲੋਂ ਲਿਬਰਲਾਂ ਦੇ ਲਈ ਆਖਿਆ ਜਾ ਰਿਹਾ ਕਿ ਉਹ ਲੋਕਾਂ, ਆਰਥਿਕ ਵਿਕਾਸ, ਪਰਿਵਾਰਾਂ ਤੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਉੱਤੇ ਹੀ ਅਟਕੇ ਹੋਏ ਨੇ। ਇਸ ਉੱਤੇ ਟਰੂਡੋ ਨੇ ਪੋਲੀਏਵਰ ਨੂੰ ਤਾੜਦਿਆਂ ਆਖਿਆ ਕਿ ਜੇ ਇਹਨਾਂ ਸਾਰਿਆਂ ਮੁੱਦਿਆਂ ਦੀ ਗੱਲ ਨਹੀਂ ਕੀਤੀ ਜਾਏਗੀ ਤਾਂ ਹੋਰ ਕਿਸ ਬਾਰੇ ਗੱਲ ਕੀਤੀ ਜਾਣੀ ਜ਼ਰੂਰੀ ਹੈ। ਉਹਨਾਂ ਨੇ ਆਖਿਆ ਕਿ ਇਸ ਸਮੇਂ ਕੰਜ਼ਰਵੇਟਿਵਸ ਨੂੰ ਜਾਗਣ ਤੇ ਅੱਖਾਂ ਖੋਲ੍ਹਣ ਦੀ ਲੋੜ ਹੈ। ਫਿਰ ਟਰੂਡੋ ਨੇ ਕੰਜ਼ਰਵੇਟਿਵਸ ਦੇ ਉਹਨਾਂ ਐਕਸ਼ਨਸ ਦੀ ਲਿਸਟ ਲਾਂਚ ਕੀਤੀ ਜਿਨ੍ਹਾਂ ਨੂੰ ਹਥਿਆਰ ਬਣਾ ਕੇ ਲਿਬਰਲ ਵਰਤਣਗੇ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਲਿਬਰਲਸ ਦੇ ਚਾਈਲਡ ਟੈਕਸ ਬੈਨੀਫਿਟ ਵਿੱਚ ਕੀਤੇ ਵਾਧੇ ਦਾ ਮੁੱਦਾ ਵੀ ਉਠਾਇਆ ਤੇ ਇਸ ਨੂੰ ਲਿਬਰਲਾਂ ਦੀ ਪ੍ਰਾਪਤੀ ਵਜੋਂ ਹੁੱਬ ਕੇ ਦੱਸਿਆ। ਪਰ ਵਿਦੇਸ਼ੀ ਦਖਲ ਦਾ ਜਿਹੜਾ ਮੁੱਦਾ ਇਸ ਸਮੇਂ ਚਰਚਾ ਵਿੱਚ ਹੈ ਉਸ ਬਾਰੇ ਟਰੂਡੋ ਨੇ ਕੋਈ ਜ਼ਿਕਰ ਤੱਕ ਨਹੀਂ ਕੀਤਾ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਵਿਸ਼ਵ ਸਿਹਤ ਐਮਰਜੈਂਸੀ ਵਜੋਂ ਕੋਵਿਡ-19 ਮਹਾਮਾਰੀ ਹੁਣ ਖਤਮ ਹੋ ਗਈ ਹੈ। WHO ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਅਡਾਨੋਮ ਨੇ
ਕੋਵਿਡ-19 ਅਤੇ ਵਿਸ਼ਵ ਸਿਹਤ ਮੁੱਦਿਆਂ ਤੇ ਮੀਡੀਆ ਬਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਹਨਾਂ ਨੇ ਕਿਹਾ, ਬਹੁਤ ਉਮੀਦ ਦੇ ਨਾਲ ਮੈਂ ਦੁਨੀਆ ਤੋਂ ਕੋਵਿਡ-19 ਦੇ ਅੰਤ ਦਾ ਐਲਾਨ ਕਰਦਾ ਹਾਂ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੋਏਗਾ ਕਿ ਦੁਨੀਆ ਤੇ ਕੋਵਿਡ-19 ਦਾ ਕੋਈ ਖਤਰਾ ਨਹੀਂ ਹੋਏਗਾ। WHO ਦੇ ਡਾਇਰੈਕਟਰ ਜਨਰਲ ਨੇ ਅੱਗੇ ਕਿਹਾ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਦੁਨੀਆ ਭਰ ਵਿੱਚ ਹਜ਼ਾਰਾਂ ਲੋਕ ਅਜੇ ਵੀ ਇਸ ਮਹਾਮਾਰੀ ਕਾਰਨ ਆਪਣੀ ਜ਼ਿੰਦਗੀ ਲਈ ਲੜ ਰਹੇ ਨੇ ਅਤੇ ਲੱਖਾਂ ਲੋਕ ਕੋਵਿਡ-19 ਤੋਂ ਬਾਅਦ ਦੀ ਸਥਿਤੀ ਦੇ ਪ੍ਰਭਾਵਾਂ ਦੇ ਨਾਲ ਜੀ ਰਹੇ ਨੇ। WHO ਨੇ ਜਨਵਰੀ 2020 ਵਿੱਚ ਕੋਵਿਡ-19 ਨੂੰ ਇੱਕ ਗਲੋਬਲ ਐਮਰਜੈਂਸੀ ਘੋਸ਼ਿਤ ਕੀਤਾ। ਟੈਡਰੋਸ ਨੇ ਕਿਹਾ, 30 ਜਨਵਰੀ 2020 ਨੂੰ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੇ ਤਹਿਤ ਬੁਲਾਈ ਗਈ ਐਮਰਜੈਂਸੀ ਕਮੇਟੀ ਦੀ ਸਲਾਹ ਤੇ ਮੈਂ ਕੋਵਿਡ-19 ਦੇ ਵਿਸ਼ਵ ਵਿਆਪੀ ਪ੍ਰਕੋਪ ਨੂੰ ਐਮਰਜੈਂਸੀ ਘੋਸ਼ਿਤ ਕੀਤਾ। ਉਹਨਾਂ ਨੇ ਅੱਗੇ ਕਿਹਾ ਕਿ ਉਸ ਤੋਂ ਬਾਅਦ 3 ਸਾਲਾਂ ਵਿੱਚ ਕੋਵਿਡ-19 ਨੇ ਸਾਡੀ ਦੁਨੀਆ ਨੂੰ ਉਲਟਾ ਦਿੱਤਾ। WHO ਨੂੰ ਲਗਭਗ 7 ਮਿਲੀਅਨ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਪਰ ਅਸੀਂ ਜਾਣਦੇ ਹਾਂ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 20 ਮਿਲੀਅਨ ਤੋਂ ਕਈ ਗੁਣਾ ਵੱਧ ਹੈ। ਫੈਡਰਲ ਗਨ ਕੰਟਰੋਲ ਬਿੱਲ ਵਿੱਚ ਸੋਧ ਕਰਨ ਦੇ ਆਪਣੇ ਫੈਸਲੇ ਦਾ ਮੰਗਲਵਾਰ ਨੂੰ ਪਬਲਿਕ ਸੇਫਟੀ ਮੰਤਰੀ ਮਾਰਕੋ ਨੇ ਖੂਬ ਪੱਖ ਪੂਰਿਆ। ਉਹਨਾਂ ਨੇ ਆਖਿਆ ਕਿ ਪ੍ਰਸਤਾਵਿਤ ਸੋਧ ਦੇ ਨਾਲ ਭਵਿੱਖ ਵਿੱਚ ਅਸੌਲਟ ਸਟਾਈਲ ਰਾਈਫਲਾਂ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਦਾ ਇਸ ਸਮੇਂ ਮਾਰਕੀਟ ਦੇ ਵਿੱਚ ਉਪਲਬਧ ਗਨਜ਼ ਉੱਤੇ ਕੋਈ ਅਸਰ ਨਹੀਂ ਪਏਗਾ। ਮੈਂਡਸੀਨੋ ਨੇ ਆਖਿਆ ਕਿ ਸਾਡਾ ਟੀਚਾ ਮੁਜਰਮਾਂ ਦੀ ਨਕੇਲ ਖਿੱਚਣਾ ਹੈ ਤਾਂ ਕਿ ਉਹ ਮਾਸ ਸ਼ੂਟਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਤੇ AR-15 ਸਟਾਈਲ ਦੀਆਂ ਗਨਜ਼ ਦੀ ਵਰਤੋਂ ਨਾ ਕਰ ਸਕਣ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੈਂਡਸੀਨੋ ਨੇ ਸਰਕਾਰ ਦੇ ਬਿੱਲ C-21 ਵਿੱਚ ਸੋਧਾਂ ਦੇ ਇੱਕ ਰਿਵਾਈਜ਼ਡ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿੱਚ ਪਾਬੰਦੀਸ਼ੁਦਾ ਅਸੌਲਟ ਸਟਾਈਲ ਹਥਿਆਰਾਂ ਦੀ ਪਰਿਭਾਸ਼ਾ ਬਾਰੇ ਨਵੇਂ ਕ੍ਰਿਮੀਨਲ ਕੋਡ ਦਾ ਵੇਰਵਾ ਦਿੱਤਾ ਗਿਆ ਸੀ। ਇਸ ਤਹਿਤ ਨਵੇਂ ਅਸੌਲਟ ਸਟਾਈਲ ਹਥਿਆਰਾਂ ਉੱਤੇ ਸਥਾਈ ਪਾਬੰਦੀ ਦੀ ਪੈਰਵੀ ਕੀਤੀ ਗਈ ਹੈ। ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਸੋਧਾਂ ਦੇ ਵਿੱਚ ਉਹਨਾਂ ਹਥਿਆਰਾਂ ਦਾ ਜ਼ਿਕਰ ਹੈ ਜਿਹੜੇ ਹੈਂਡਗਨ ਨਹੀਂ ਹਨ, ਜਿਨ੍ਹਾਂ ਵਿੱਚ ਸੈਮੀ ਆਟੋਮੈਟਿਕ ਢੰਗ ਦੇ ਨਾਲ ਸੈਂਟਰ ਫਾਇਰ ਐਮਿਊਸ਼ਨ ਡਿਸਚਾਰਜ ਹੁੰਦਾ ਹੈ ਤੇ ਜਿਹੜੇ 6 ਕਾਰਟ੍ਰਿਜ ਜਾਂ ਵੱਧ ਦੀ ਸਮਰੱਥਾ ਦੇ ਨਾਲ ਡਿਟੈਚੇਬਲ ਮੈਗਜ਼ੀਨ ਦੇ ਨਾਲ ਤਿਆਰ ਕੀਤੇ ਗਏ ਨੇ। ਮੰਗਲਵਾਰ ਨੂੰ ਪਾਰਲੀਮੈਂਟ ਹਿੱਲ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੈਂਡਸੀਨੋ ਨੇ ਆਖਿਆ ਕਿ ਸਰਕਾਰ ਨੇ ਇਹ ਪਰਿਭਾਸ਼ਾ ਆਪਣੇ ਆਪ ਮਨਘੜਤ ਤਰੀਕੇ ਨਾਲ ਤਿਆਰ ਨਹੀਂ ਕੀਤੀ, ਸਗੋਂ ਲਾਅ ਇਨਫੋਰਸਮੈਂਟ ਏਜੰਸੀਆਂ, ਐਡਵੋਕੇਸੀ ਗਰੁੱਪਸ ਤੇ ਮਾਹਿਰਾਂ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ਦੇ ਨਾਲ ਸੰਬੰਧਿਤ ਕੈਨਥ ਲਾਅ ਨੂੰ ਅਮਰੀਕਾ ਤੇ UK ਦੇ ਵਿੱਚ 7 ਜਣਿਆਂ ਦੀ ਮੌਤ ਦਾ ਕਥਿਤ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦਕਿ ਸਰੀ ਵਿਖੇ ਰਹਿੰਦੀ ਭਾਰਤੀ ਮੂਲ ਦੀ ਨੇਹਾ ਸੁਸਨ ਰਾਜੂ ਦੀ ਮੌਤ ਵੀ ਸੋਡੀਅਮ ਨਾਈਟ੍ਰੇਟ ਨਾਲ ਹੋਈ। ਪੀਲ ਪੁਲਿਸ ਦੇ ਵੱਲੋਂ 2 ਜਾਣਿਆਂ ਦੀ ਮੌਤ ਮਗਰੋਂ ਗ੍ਰਿਫਤਾਰ 57 ਸਾਲ ਦੇ ਕੈਨਥਨ ਲਾਅ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜੋ ਕਥਿਤ ਤੌਰ ਤੇ ਗੈਸ ਮਾਸਕ ਵੀ ਵੇਚਦਾ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਪੰਜਾਬੀ ਜਤਿੰਦਰ ਸ਼ਰਮਾ ਨੂੰ ਅਫਸਰ ਇੰਚਾਰਜ ਦਾ ਬਹਾਦਰੀ ਸਨਮਾਨ ਦੇ ਕੇ ਨਿਵਾਜਿਆ। ਪੁਲਿਸ ਵੱਲੋਂ ਜਤਿੰਦਰ ਸ਼ਰਮਾ ਨੂੰ ਇਹ ਸਨਮਾਨ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰਨ ਬਦਲੇ ਦਿੱਤਾ ਗਿਆ। ਘਟਨਾ ਨਵੰਬਰ 2022 ਦੀ ਹੈ, ਜਦੋਂ ਜਤਿੰਦਰ ਸ਼ਰਮਾ ਆਪਣੀ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ 'ਚ ਸੜਕ ਤੇ ਬਰਫ਼ ਜੰਮੀ ਹੋਣ ਕਾਰਨ 2 ਹਾਦਸਾਗ੍ਰਸਤ ਹੋਏ ਵਾਹਨ ਗੰਭੀਰ ਜਿਹੜੇ ਵਿਚਕਾਰ ਫਸੇ ਤੇ ਗੰਭੀਰ ਜ਼ਖਮੀ ਹੋਏ ਵਿਅਕਤੀ ਜਦੋਂ ਉਹਨਾਂ ਨੇ ਦੇਖਿਆ ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜਤਿੰਦਰ ਸ਼ਰਮਾ ਨੇ ਉਕਤ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਤੇ ਉਸ ਦੀ ਜਾਨ ਬਚ ਗਈ। ਸਨਮਾਨ ਮੌਕੇ ਜਤਿੰਦਰ ਸ਼ਰਮਾ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਵੀਰਵਾਰ ਨੂੰ ਕਿੰਗ ਚਾਰਲਸ ਨੇ ਕੈਨੇਡਾ ਦੇ ਮੂਲ ਵਾਸੀ ਆਗੂ ਤੇ ਗਵਰਨਰ ਜਨਰਲ ਦੇ ਨਾਲ ਮੁਲਾਕਾਤ ਕੀਤੀ। ਬੰਗਿੰਗਮ ਪੈਲੇਸ ਵਿੱਚ ਮੌਜੂਦ ਦਰਸ਼ਕਾਂ 'ਚ ਅਸੈਂਬਲੀ ਆਫ ਫਰਸਟ ਨੇਸ਼ਨਸ ਦੇ ਚੀਫ ਰੋਜ਼ੋਨ ਆਰਕਬੋਲਡ ਮੈਟਿਸ, ਨੈਸ਼ਨਲ ਕਾਉਂਸਲ ਪ੍ਰੈਜ਼ੀਡੈਂਟ ਕੈਸਡੀ ਕੈਰਨ ਤੇ ਇਨੂਇਟ ਤਾਪ੍ਰਿਤ ਕਨਾਤਾਮੀ ਪ੍ਰੈਜ਼ੀਡੈਂਟ ਨਤਾਨ ਉਬੈਡ ਸ਼ਾਮਲ ਹੋਣਗੇ, ਜਿਹੜੇ ਸ਼ਨੀਚਰਵਾਰ ਨੂੰ ਹੋਣ ਜਾ ਰਹੇ ਤਾਸ਼ਪੋਸ਼ੀ ਵਿੱਚ ਹਿੱਸਾ ਲੈ ਰਹੇ ਨੇ। ਪਿਛਲੇ ਦਿਨ ਇੱਕ ਬਿਆਨ ਵਿੱਚ ਗਵਰਨਰ ਜਨਰਲ ਨੇ ਕਿਹਾ ਕਿ ਅੱਜ ਦਾ ਦਿਨ ਕੈਨੇਡਾ ਦੇ ਮੂਲ ਵਾਸੀ ਲੋਕਾਂ ਤੇ ਕਿੰਗ ਨਾਲ ਸਾਡੇ ਸੰਬੰਧਾਂ ਲਈ ਕਾਫੀ ਇਤਿਹਾਸਕ ਸੀ। ਮੂਲ ਵਾਸੀ ਲੋਕਾਂ ਦੇ ਨਾਲ ਮੁਲਾਕਾਤ ਦੇ ਵਿੱਚ ਕਿੰਗ ਚਾਰਲਸ ਨੇ ਸੁਲਹ ਸੰਬੰਧੀ ਆਪਣੀ ਵਚਨਬੱਧਤਾ ਪ੍ਰਗਟਾਈ ਸੀ। ਜ਼ਿਕਰਯੋਗ ਹੈ ਕਿ ਸਾਈਮਨ ਕੈਨੇਡਾ ਵਿੱਚ ਕਿੰਗ ਦੀ ਨੁਮਾਇੰਦਗੀ ਕਰਦੀ ਹੈ ਤੇ ਦੇਸ਼ ਦੀ ਪਹਿਲੀ ਮੂਲ ਵਾਸੀ ਹੈ। ਗਵਰਨਰ ਜਨਰਲ ਵੀ ਹੈ। ਕਿੰਗ ਨਾਲ ਇਸ ਮੁਲਾਕਾਤ ਵਿੱਚ ਉਹਨਾਂ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਦੱਸੀ ਜਾਂਦੀ ਹੈ। ਮੇਨ ਸਟਰੀਟ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਕਿ ਓਲਵੀਆ ਚਾਓ ਅਜੇ ਵੀ 10% ਸਮਰਥਨ ਦੇ ਨਾਲ ਟੋਰਾਂਟੋ ਦੇ ਮੇਅਰ ਦੀ ਦੌੜ ਵਿੱਚ ਹੋਰਨਾਂ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੀ ਹੈ। 1056 ਲੋਕ ਉੱਤੇ ਕਰਵਾਏ ਗਏ ਸਰਵੇਖਣ ਦੇ ਅਨੁਸਾਰ
ਚਾਓ ਨੂੰ ਇਸ ਸਮੇਂ 22% ਵੋਟਰਾਂ ਦਾ ਸਮਰਥਨ ਹਾਸਲ ਹੋ ਰਿਹਾ। ਉਸ ਤੋਂ ਬਾਅਦ ਦੂਜੇ ਸਥਾਨ ਉੱਤੇ ਐਨਾ ਬਾਇਲਾਓ ਤੇ ਜੋਸ਼ ਮੈਟਲੋ ਚੱਲ ਰਹੇ ਨੇ ਤੇ ਦੋਵਾਂ ਨੂੰ 11% ਸਮਰਥਨ ਹਾਸਲ ਹੋ ਰਿਹਾ। ਅਜੇ ਤੱਕ 30% ਵੋਟਰ ਇਹ ਫੈਸਲਾ ਨਹੀਂ ਕਰ ਪਾਏ ਕਿ ਚੋਣਾਂ ਵਾਲੇ ਦਿਨ ਉਹ ਕਿਸ ਉਮੀਦਵਾਰ ਦੇ ਹੱਕ ਵਿੱਚ ਭੁਗਤਣਗੇ। ਤੈਅਸ਼ੁਦਾ ਵੋਟਰਾਂ ਦੇ ਵਿੱਚੋਂ 31% ਝੁਕਾਓ ਚਾਓ ਵੱਲ ਹੈ ਅਤੇ ਬਾਇਲਾਓ ਨੂੰ 17% ਅਤੇ ਮੈਟਲੋ ਨੂੰ 15% ਸਮਰਥਨ ਹਾਸਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।